ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਬਜਟ ਪੇਸ਼ ਹੋ ਗਿਆ। ਕਿਸਾਨਾਂ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲ ਰਹੀਆਂ। ਐਮਐਸਪੀ ਦੇ ਮੁੱਦੇ ਤੇ ਟਕੈਤ ਸਾਹਿਬ ਨੇ ਵੀ ਕਹਿ ਦਿੱਤਾ ਹੈ ਕਿ ਜਦੋਂ ਤੱਕ ਐਮਐਸਪੀ ਦੇ ਉੱਤੇ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ। ਸਰਕਾਰ ਕਹਿੰਦੀ ਕਿ ਡਿਜੀਟਲ ਕਰ ਦੇਣਾ, ਖੇਤੀਬਾੜੀ ਨਾਲ ਸੰਬੰਧਿਤ ਜਿੰਨੇ ਵੀ ਕੰਮਕਾਰ ਨੇ ਸਾਰੇ ਡਿਜੀਟਲ ਹੋ ਜਾਣੇ ਨੇ। ਕਿਤੇ ਉਹੀ ਤਾਂ ਨਹੀਂ ਕਿ ਕਿਸਾਨਾਂ ਦੀਆਂ ਜ਼ਮੀਨਾਂ ਆਨਲਾਈਨ ਚੜਾ ਕੇ ਤੇ ਕਹਿੰਦੇ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਤੁਹਾਡੀਆਂ ਜ਼ਮੀਨਾਂ ਜਾ ਰਹੀਆਂ ਨੇ। ਕੀ ਚੱਲ ਕੀ ਰਿਹਾ? ਦੇਖੋ, ਕਾਫੀ ਕੁਝ ਖੇਤੀ ਬਾਰੇ ਉਹਨਾਂ ਨੇ ਗੱਲਾਂ ਕੀਤੀਆਂ। ਇੱਕ ਤੇ ਕਿਹਾ ਕਿ ਅਸੀਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਵਾਂਗੇ। ਉਹ ਇੰਝ ਕਹਿ ਰਹੇ ਵੀ ਜਿਵੇਂ ਕਿਸਾਨਾਂ ਨੂੰ ਮੁਫਤ ਦੇਣੇ ਹੁਣ ਪੈਸੇ। ਇਹ ਨਹੀਂ ਕਹਿੰਦੇ ਕਿ ਅਸੀਂ ਐਮਐਸਪੀ ਦੇ ਰਹੇ ਹਾਂ। ਐਮਐਸਪੀ ਪਿਛਲੀ ਵਾਰ ਨਾਲੋਂ ਪਿਛਲੀ ਵਾਰੀ 2,48,000 ਕਰੋੜ ਰੁਪਏ ਸੀ। ਪੈਸੇ ਦੀ ਵੈਲਿਊ ਥੱਲੇ ਚਲੇ ਗਈ, ਜਦਕਿ ਘੱਟੋ ਘੱਟ 3 ਲੱਖ ਕਰੋੜ ਰੁਪਇਆ ਇਸ ਵਾਰੀ ਹੋਣਾ ਚਾਹੀਦਾ ਸੀ। ਉਹਦੇ ਚੋਂ ਵੀ ਪਿਛਲੀ ਵਾਰ ਵਾਲੇ ਨੂੰ ਵੀ 11,000 ਕਰੋੜ ਘਟਾ ਕੇ 2,37,000 ਕਰਤਾ। ਤੇ ਐਮਐਸਪੀ ਦਾ ਹੀ ਰੌਲਾ ਆ ਜਿਹੜਾ ਹੁਣ ਕੱਲ ਪਰਸੋਂ ਜਿਹੜਾ 31 ਤਰੀਕ ਦਾ ਸਾਰਾ ਬੰਦ ਹੋਇਆ ਆ, ਬੇਵਿਸ਼ਵਾਸੀ ਜਿਹੜੀ ਪ੍ਰਗਟ ਕੀਤੀ ਹੈ ਸਰਕਾਰ ਦੇ ਵਿੱਚ, ਤੇ ਉਹ ਇਸੇ ਕਰਕੇ ਹੀ ਹੈ ਕਿ ਐਮਐਸਪੀ ਬਾਰੇ ਸਰਕਾਰ ਆਪਣਾ ਕੋਈ ਬਿਆਨ ਨਹੀਂ ਦਿੰਦੀ। 23 ਫਸਲਾਂ ਦੀ ਐਮਐਸਪੀ ਦੇਣੀ ਆ। इसका मतलब ये निकलता है कि ਜਿਹੜੀ ਐਮਐਸਪੀ ਪਹਿਲਾਂ ਫਸਲਾਂ ਨੂੰ ਖਾਸ ਕਰਕੇ ਕਾਟਨ, ਗੰਨਾ, ਥੋੜਾ ਬਹੁਤ ਉਹਦੇ ਚ ਝੋਨਾ ਤੇ ਕਣਕ ਇਹਨਾਂ ਨੂੰ ਮਿਲਦੀ, ਬਾਕੀ ਮੱਕੀ ਨੂੰ ਤੇ ਘੱਟ ਵੱਧ ਹੀ ਮਿਲਦੀ। ਮੱਕੀ ਬਹੁਤੀ ਕੋਈ ਬੀਜਦੇ ਵੀ ਨਹੀਂ। ਇਹ 5-4 ਫਸਲਾਂ ਨੂੰ ਜਿਹੜੀ ਮਿਲਦੀ ਆ ਉਹ ਵੀ ਹੁਣ ਬੰਦ ਹੋਣ ਜਾ ਰਹੀ ਆ। ਕਿਹੜੀ ਦੀ ਕਿੰਨੀ ਬੰਦ ਹੁੰਦੀ ਆ ਇਹ ਤੇ ਪਤਾ ਨਹੀਂ। ਜਿਹੜਾ ਡਿਜੀਟਲਾਈਜੇਸ਼ਨ ਦਾ ਹੈ ਨਾ, ਉਹ ਬੜੀ ਖਤਰਨਾਕ ਚੀਜ਼ ਹੈ। ਉਹ ਜਿਸ ਤਰ੍ਹਾਂ ਆਧਾਰ ਕਾਰਡ ਸਾਰਿਆਂ ਦੇ ਬਣਾ ਲਏ। ਹੁਣ ਜਿਹੜਾ ਆਧਾਰ ਕਾਰਡ ਹਰ ਜਗ੍ਹਾ ਤੇ ਲਿਆਓ, ਆਧਾਰ ਕਾਰਡ ਲਿਆਓ, ਆਧਾਰ ਕਾਰਡ ਦਾ ਡਾਟਾ ਜਿੰਨਾ ਮਰਜ਼ੀ ਜਿੱਥੋਂ ਮਰਜ਼ੀ ਲੈ ਲਓ, ਕਹਿੰਦੇ ਜੀ ਉਹ ਬੜਾ ਸਾਡਾ ਕੌਨਫੀਡੈਂਸ਼ੀਅਲ ਡਾਟਾ। ਤੇ ਫਿਰ ਮੇਰੇ ਕੋਲ ਮੈਨੂੰ ਤੁਹਾਨੂੰ ਚਾਹੀਦਾ ਤੇ ਮੈਂ ਭੇਜ ਦੇਣਾ। ਇੱਥੇ ਮੈਨੂੰ ਬੰਦਾ ਕਹਿੰਦਾ ਸੀਗਾ ਵੀ ਪਤਾ ਨਹੀਂ 1 ਰੁਪਈਏ 'ਚ ਇੱਕ ਡਾਟਾ ਤੁਹਾਨੂੰ ਦੇ ਦਿੰਦੇ ਆ ਸਾਰਿਆਂ ਦਾ। ਇਹ ਇੰਨਾ ਜ਼ਿਆਦਾ ਇੱਕ ਜਾਣੀ ਖਤਰਨਾਕ ਚੀਜ਼ ਆ ਮਨੁੱਖੀ ਅਧਿਕਾਰਾਂ ਲਈ ਔਰ ਮਨੁੱਖੀ ਇੰਡੀਪੈਂਡੈਂਸ ਲਈ, ਉਹਦੀ ਫਰੀडम ਦੇ ਵਿਰੁੱਧ, ਉਹਦੀ ਆਜ਼ਾਦੀ ਜਿਹੜੀ ਆ, ਮਨੁੱਖੀ ਆਜ਼ਾਦੀ ਹੈ। ਤੁਸੀਂ ਕਿਸੇ ਦੇ ਘਰ ਦਾ ਸਾਰਾ ਡਾਟਾ ਚੁੱਕ ਕੇ ਕੰਪਿਊਟਰ 'ਚ ਪਾ ਕੇ ਜੋ ਮਰਜ਼ੀ ਕਰੀ ਫਿਰੋ। ਤੁਸੀਂ ਕਮਾਈ ਚਲੋ, ਕਿੱਧਰੋਂ ਕਿਹੜੀ ਕੰਪਨੀ ਕੋ ਜਾਂਦਾ, ਕਿੱਥੇ ਆਉਂਦਾ, ਕੀ ਕਰਦੇ ਤੁਹਾਡੇ ਸਾਰੇ ਡੇਟੇ ਦੇ ਨਾਲ। ਉਹ ਕੀ ਭਲਾ ਥੋੜੀ ਕਰਦੇ ਆ, ਕੋਈ ਕੰਪਨੀਆਂ ਭਲਾ ਥੋੜੀਆਂ ਆਪਣੇ ਫਾਇਦੇ ਲਈ ਕਰਦੀਆਂ। ਇਸ ਲਈ ਜਿਹੜੀ ਡਿਜੀਟਲਾਈਜੇਸ਼ਨ ਦਾ ਜ਼ਮੀਨਾਂ ਦਾ, ਇਹਦਾ ਮਤਲਬ ਪਹਿਲਾਂ ਤੇ ਸਾਰਾ ਰਿਕਾਰਡ 1-1 ਇੰਚ ਦਾ ਉਹਨਾਂ ਕੋਲ ਜਾਊਗਾ। ਆਲਰੇਡੀ ਉਹਦੇ ਤੇ ਐਕਸ਼ਨ ਕਰਨਾ ਸ਼ੁਰੂ ਕੀਤਾ। ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡੀ ਫਸਲ ਜ਼ਮੀਨ ਹੈਗੀ ਇੰਨੀ, ਮੱਕੀ ਥੱਲੇ ਇੰਨੀ ਹੈ ਜ਼ਮੀਨ, ਗੰਨੇ ਥੱਲੇ ਇੰਨੀ ਆ, ਮਿਰਚਾਂ ਥੱਲੇ, ਸਰੋਂ ਥੱਲੇ, ਜੋ ਵੀ ਹੈ ਸਾਰਾ, ਤੇ ਝੋਨੇ ਕਣਕ ਥੱਲੇ ਇੰਨੀ ਨਹੀਂ ਜ਼ਮੀਨ, ਉਹਦੀ ਔਸਤ ਕੱਢ ਕੇ ਕਹਿਣਗੇ ਜੀ ਦੇਖੋ ਜੀ ਐਮਐਸਪੀ ਅਸੀਂ ਤੇ ਖਰੀਦਣਾ ਇੰਨਾ, ਜੇ ਤੁਸੀਂ ਜ਼ਿਆਦਾ ਪੈਦਾ ਕਰਨਾ ਤੇ ਜਾਓ ਜਿੱਥੇ ਮਰਜ਼ੀ ਵੇਚੋ, ਅਸੀਂ ਨਹੀਂ ਵੇਚਦੇ। ਪਿਛਲੀ ਵਾਰੀ ਵੀ ਹੋਇਆ, ਹੁਣ ਅੱਗੇ ਤੋਂ ਵੀ ਹੋਊਗਾ। ਹੁੰਦਾ ਇਹ ਸੀਗਾ ਕਿ ਕੁਝ ਜਿੱਥੇ ਐਮਐਸਪੀ ਸੂਬਿਆਂ 'ਚ ਨਹੀਂ ਮਿਲਦੀ, ਈਸਟਰਨ ਯੂਪੀ, ਬਿਹਾਰ, ਉਹ ਆ ਕੇ ਪੰਜਾਬ, ਹਰਿਆਣੇ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ, ਪੱਛਮੀ ਯੂਪੀ 'ਚ ਸ਼ਾਇਦ ਘੱਟ ਹੀ, ਇੱਥੇ ਜ਼ਿਆਦਾ ਪੰਜਾਬ ਹਰਿਆਣੇ 'ਚ ਆਪਣੀਆਂ ਫਸਲਾਂ ਵੇਚ ਜਾਂਦੇ ਸੀ। ਇਹਦੇ 'ਚ ਸਾਡੇ ਆੜਤੀਆਂ ਨੂੰ ਵੀ ਫਾਇਦਾ ਹੁੰਦਾ ਸੀ, ਸੂਬੇ ਦੀ ਸਰਕਾਰਾਂ ਨੂੰ ਵੀ ਫਾਇਦਾ ਹੋ ਜਾਂਦਾ ਸੀ 500-600 ਕਰੋੜ ਰੁਪਏ ਦਾ। ਉਹ ਤਾਂ ਕਿ ਉਹਨਾਂ ਨੂੰ ਉਹ ਟੈਕਸ ਟੂਕਸ ਸਾਰਾ ਕੁਝ ਜਿਹੜਾ ਮਿਲ ਜਾਂਦਾ ਸੀ, ਵਿੱਚ ਰਾਹਤ ਜਿਹੜੀ ਮਿਲਦੀ ਮੰਡੀ ਦੀ ਫੀਸ ਦੇ ਕਰ। ਹੁਣ ਇਹ ਸਾਰਾ ਰਿਕਾਰਡ ਕਾਇਮ ਕਰਕੇ ਹੁਣ ਆਪਣੀ ਮਰਜ਼ੀ ਨਾਲ ਕਿਹਨੂੰ ਪੈਸਾ ਜਿਹੜਾ ਕੱਟਤਾ 11,000 ਕਰੋੜ ਰੁਪਇਆ ਘਟਾ ਕੇ 2,37,000 ਕਰੋੜ ਰੁਪਇਆ, ਉਹ ਫਿਰ ਹੁਣ ਪਰਚੂਨ 'ਚ ਦਿਆ ਕਰਨਗੇ। ਕਿਹਦੀ ਚਾਬੀ ਮਰੋੜ ਕੇ ਉਹਨੂੰ ਜਿਹੜਾ ਉਹਦਾ ਨੱਕ 'ਚ ਦਮ ਕਰਨਾ, ਕਿਹੜੇ ਕਿਸਾਨਾਂ ਦਾ, ਪੰਜਾਬ ਹਰਿਆਣੇ ਦਾ ਕਰਨਾ, ਤੇ ਉਹੋ ਹੀ ਪੈਸਾ ਉਧਰ ਨੂੰ ਖੋਲ ਦੇਣਗੇ, ਮੱਧ ਪ੍ਰਦੇਸ਼ ਵੱਲ ਖੋਲ ਦੇਣਗੇ, ਹੋਰ ਜਿੱਥੇ ਜਿੱਥੇ ਬੀਜੇਪੀ ਸਰਕਾਰ ਹੋਊਗੀ। ਇਹ ਡਿਜੀਟਲਾਈਜੇਸ਼ਨ ਦਾ ਕਹਿ ਤੇ ਇਹ ਰਹੇ ਆ ਕਿ ਅਸੀਂ ਇਸ ਨੂੰ ਆਰਗੈਨਿਕ ਖੇਤੀ ਦੀ ਕਰਾਂਗੇ, ਅਸੀਂ ਪ੍ਰੋਪਰ ਇਹ ਕਰਾਂਗੇ, ਫਲਾਨਾ। ਮਤਲਬ ਸੁਪਨੇ ਤੇ ਦੂਜੇ ਦਿਖਾ ਰਹੇ ਆ, ਪਰ ਖਤਰੇ ਜਿਹੜੇ ਆ ਉਹ ਦੂਜੀ ਕਿਸਮ ਦੇ ਬਹੁਤ ਵੱਡੇ ਪੱਧਰ ਤੇ ਹੈ। ਤੁਸੀਂ ਠੀਕ ਉਹਨੂੰ ਸਮੈਲ ਕੀਤਾ। ਕਹਿ ਰਹੇ ਆ ਕਿ ਅਸੀਂ ਗੰਗਾ ਦੇ ਨੇੜੇ 5 ਕਿਲੋਮੀਟਰ, ਇੱਕ ਤੇ ਕੋਰੀਡੋਰਾਂ ਦਾ ਹੀ ਪਤਾ ਨਹੀਂ, ਸਾਰਾ ਦੇਸ਼ ਹੀ ਕੋਰੀਡੋਰ ਹੀ ਬਣ ਜਾਣਾ ਹੁਣ। ਗੰਗਾ ਦੇ ਨੇੜੇ ਕੋਰੀਡੋਰ 5, ਉੱਥੇ ਆਰਗੈਨਿਕ ਖੇਤੀ ਹੋਊਗੀ। ਪਤਾ ਨਹੀਂ ਕਿਹੜੀ ਚੀਜ਼ ਕੀ ਬੀਜਣਗੇ, ਤੁਲਸੀ ਬੀਜਣਗੇ ਕਿ ਕੀ ਬੀਜਣਗੇ, ਕੋਈ ਇਹੋ ਜਿਹੀਆਂ ਹੀ ਧਾਰਮਿਕ ਖੇਤੀ ਜੜੀ ਬੂਟੀ ਕਰਨਗੇ, ਜਿਹੜੀ ਰਾਮਦੇਵ ਦੇ ਉੱਥੇ ਇੰਡਸਟਰੀ ਜਿਹੜੀ ਆ ਹੋਰ ਉਹਨੂੰ ਕਰਨਗੇ। ਕੀ ਮੈਨੂੰ ਤੇ ਨਹੀਂ ਲੱਗਦਾ ਇਹ ਤੋਂ ਵੱਧ ਕੋਈ ਬਹੁਤ ਉੱਥੇ ਕਰਨ ਵਾਲੇ। ਉਹ ਦੱਸਿਆ ਨਹੀਂ ਵੀ ਕਿਹੜੀ ਆਰਗੈਨਿਕ ਦੇ ਵਿੱਚ ਕੀ ਕਰਨਗੇ।
ਰਹੀ ਗੱਲ ਕਿ ਅੱਗੇ ਦੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਅਸੀਂ ਹੁਣ ਕਵਾਂਗੇ ਆਪਣੇ ਸਿਲੇਬਸ ਬਦਲ ਦਿਓ ਤੇ ਤੁਸੀਂ ਇਹ ਕੰਮ ਕਰੋ ਕਿ ਖੇਤੀ ਦੀ ਕੀਮਤ ਕਿਵੇਂ ਘਟਾਉਣੀ ਹੈ। ਜਿੱਥੋਂ ਤੱਕ ਆਰਗੈਨਿਕ ਦੀ ਮੈਂ ਇੱਕ ਗੱਲ ਦੱਸ ਦਿਆਂ, ਇਹ ਆਰਗੈਨਿਕ ਇੱਕ ਫੈਸ਼ਨ ਦਾ ਕਰ ਲੈਂਦੇ ਆ। ਇਹਨਾਂ ਨੂੰ ਪਤਾ ਆਰਗੈਨਿਕ ਹੁੰਦਾ ਕੀ ਆ? ਮੋਦੀ ਨੇ ਕਦੀ ਖੇਤੀ ਕੀਤੀ ਹੈ? ਚਾਹ ਦਾ ਪਤਾ ਹੋ ਸਕਦਾ ਜੇ ਉਹਨਾਂ ਨੇ ਵੇਚੀ ਆ। ਆਰਗੈਨਿਕ ਦਾ ਜਾਂ ਸੀਤਾਰਮਨ ਨੂੰ ਪਤਾ ਹੈ ਕੀ ਹੈ ਆਰਗੈਨਿਕ ਦਾ? ਆਰਗੈਨਿਕ ਦਾ ਮਤਲਬ ਇਹ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਯਾਨੀ ਜਿਹੜੇ ਹਰ ਕਿਸਮ ਦੇ ਕੈਮੀਕਲ, ਇਨਸੈਕਟੀਸਾਈਡ, ਪੈਸਟੀਸਾਈਡ, ਖਾਦ ਵੂਦ ਜਿਹੜੀ ਆ ਉਹ ਨਹੀਂ ਪਾਓਗੇ ਤੇ ਨੈਚੁਰਲ ਖੇਤੀ ਕਰੋਗੇ, ਉਹਨੂੰ ਕਹਿੰਦੇ ਆਰਗੈਨਿਕ। ਤੇ ਖੇਤੀ ਨੂੰ ਜੇ ਤੁਸੀਂ ਇੰਨਾ ਕੁਝ ਉਹਦੇ ਚ ਕੱਢੋਗੇ ਤੇ ਪਾਓਗੇ ਕੀ? ਪਾਉਣਾ ਪਊਗਾ ਗਾਈਆਂ ਦਾ, ਮੱਝਾਂ ਦਾ ਗੋਬਰ। ਜੇ ਉਹ ਤੇ ਡੰਗਰ ਹੈ ਹੀ ਨਹੀਂ, ਡੰਗਰ ਤੇ ਤੁਸੀਂ ਡੇਅਰੀ ਫਾਰਮਾਂ 'ਚ ਇਕੱਠੇ ਕਰਤੇ ਥੋੜੇ ਬਹੁਤ ਜਿੰਨੇ ਕਿ ਹੈਗੇ, ਘਰਾਂ 'ਚੋਂ ਡੰਗਰ ਕੱਢਤੇ ਆ, ਕੋਈ ਪਿੰਡਾਂ 'ਚ ਡੰਗਰ ਰੱਖਦਾ ਹੀ ਨਹੀਂ। ਤੇ ਸਾਡਾ ਤੇ ਸਾਰਾ ਆਰਗੈਨਿਕ ਖੇਤੀ ਸੀਗੀ ਪੰਜਾਬ ਦੀ। ਤੁਸੀਂ ਸਾਰੀ ਆਰਗੈਨਿਕ ਖੇਤੀ ਨੂੰ ਤਬਾਹ ਕਰਕੇ 80-90 ਲੱਖ ਕਰੋੜ ਰੁਪਏ ਦਾ ਕਿਸਾਨਾਂ ਤੇ ਕਰਜ਼ਾ ਚੜਾ ਕੇ ਤਬਾਹੀ ਮਚਾ ਕੇ ਸਾਡੇ ਮਜ਼ਦੂਰਾਂ ਦੀ ਤੇ ਉਹਨਾਂ ਦਾ ਜਦੋਂ ਐਨ ਹਾਲਤ ਹੁਣ ਕਹਿੰਦੇ ਅਸੀਂ ਫਿਰ ਪਛਾਣ ਨੂੰ ਜਾਣਾ। ਅੱਜ ਤੋਂ 50 ਸਾਲ ਪਹਿਲਾਂ ਜਿਹੜਾ ਪ੍ਰੀ ਗ੍ਰੀਨ ਰੈਵੋਲੂਸ਼ਨ ਪੀਰੀਅਡ ਸੀ, ਅਸੀਂ ਉਹੋ ਜੀ ਖੇਤੀ ਦੁਬਾਰਾ ਕਰਨ। ਲੋਕਾਂ ਦਾ ਬੇਵਕੂਫ ਬਣਾਉਂਦੇ, ਮਾਫੀ ਮੰਗਣੇ ਸਾਰੇ ਪੰਜਾਬ ਦੇ, ਹਰਿਆਣੇ ਦੇ, ਪੱਛਮੀ ਯੂਪੀ ਦੇ ਕਿਸਾਨਾਂ ਤੋਂ ਕਿ ਅਸੀਂ ਤੁਹਾਡੇ ਨਾਲ ਦਗਾ ਕੀਤਾ, ਧੋਖਾ ਕੀਤਾ। ਐਂ ਜਾ ਕੇ ਪ੍ਰਧਾਨ ਮੰਤਰੀ ਜੀ 7-8 ਤਰੀਕ ਨੂੰ ਆਉਣੇ ਆ, ਉਹ ਮਾਫੀ ਮੰਗ ਕੇ ਜਾਣ। ਫਿਰ ਇਹ ਆਰਗੈਨਿਕ ਖੇਤੀ ਦੀਆਂ ਗੱਲਾਂ ਕਰਨ। ਬਾਰ-ਬਾਰ ਸਾਰਿਆਂ ਨੇ ਟਾਰਾਂ ਮਾਰੀਆਂ ਅੱਜ ਇਸ ਬਜਟ ਦੇ ਵਿੱਚ ਕਿ ਅਸੀਂ ਉਧਰ ਨੂੰ ਜਾਣਾ। ਚੰਗੀ ਗੱਲ ਹੈ, ਜਾਣਾ ਚਾਹੀਦਾ, ਪਰ ਪਹਿਲਾਂ ਕਿਉਂ ਪੰਗੇ ਲਏ ਸੀ? ਪਹਿਲਾਂ ਤੁਸੀਂ ਸਾਡੇ ਪੰਜਾਬ ਨੂੰ ਵਰਤ ਕੇ, ਹਰਿਆਣੇ ਨੂੰ ਵਰਤ ਕੇ ਆਪਣੇ ਦੇਸ਼ ਦਾ ਤੇ ਆਰਥਿਕ ਸੰਕਟ ਜਿਹੜਾ ਸੀ, ਅੰਨ ਦਾ, ਅਨਾਜ ਦਾ ਸੰਕਟ, ਉਸ ਨੂੰ ਪਾਰ ਕਰ ਲਿਆ। ਪਰ ਸਾਡਾ ਜੋ ਮੰਦ ਹਾਲ ਕੀਤਾ, ਬੁਰਾ ਹਾਲ ਕੀਤਾ, ਹੁਣ ਅੱਗੇ ਫੇਰ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਖਾਦ ਨਹੀਂ ਸਸਤੀ ਦੇ ਸਕਦੇ, ਅਸੀਂ ਤੁਹਾਨੂੰ ਮਸ਼ੀਨਰੀ ਸਸਤੀ ਨਹੀਂ ਦੇ ਸਕਦੇ, ਤੁਹਾਨੂੰ ਹੋਰ ਕੋਈ ਚੀਜ਼ ਨਹੀਂ ਦੇ ਸਕਦੇ। ਤੁਸੀਂ ਆਪਣੀ ਖੇਤੀ ਇਹ ਅਸੀਂ ਕਰਾਂਗੇ ਚੀਜ਼ਾਂ ਮਹਿੰਗੀਆਂ। ਇਹ ਨਹੀਂ ਦੇਣ ਦਾ ਮਤਲਬ ਉਹਨੂੰ ਇੰਨੀਆਂ ਮਹਿੰਗੀਆਂ ਕਰ ਦੇਣਗੇ ਤੇ MSP ਹਟਾ ਦੇਣਗੇ। ਤੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਕਹੋਗੇ ਆ ਯਾਰ ਜ਼ਮੀਨ ਸਾਡੇ ਕੋਲੋਂ ਨਹੀਂ ਖੇਤੀ ਹੁੰਦੀ, ਆ ਚੱਕ ਜ਼ਮੀਨ ਤੇ ਅਸੀਂ ਆਪਣਾ ਕਿਤੇ ਮਜ਼ਦੂਰੀ ਕਰ ਲਾਂਗੇ, ਜਾਂ ਅਸੀਂ ਜਿੱਥੇ ਜੋ ਜਿਹਦਾ ਹੋਊਗਾ। ਇਸ ਪਾਸੇ ਨੂੰ ਧੱਕਿਆ ਜਾਊਗਾ। ਹੋਰ ਕੋਈ ਬਜਟ ਦੇ ਵਿੱਚ ਮੈਨੂੰ ਕੋਈ ਐਡੀ ਨਵੀਂ ਖਾਸ ਕਿਸਮ ਦੀ ਹਾਈਲਾਈਟ ਜਿਹੜੀ ਨਹੀਂ ਲੱਗੀ। ਇਹੀ ਗੱਲ ਹੈ ਕਿ ਘਰਾਂ ਦੀ ਰੌਲਾ ਪਾ ਰਿਹਾ, ਘਰ ਬੜੀ ਦੇਰ ਦੇ ਦੇ ਰਿਹਾ। 60 ਲੱਖ ਨੌਕਰੀਆਂ ਦੇਣੀਆਂ, 2 ਕਰੋੜ ਤੋਂ ਘੱਟ ਗਏ। 1 ਕਰੋੜ 40 ਲੱਖ ਤੇ ਸਿੱਧੀਆਂ ਹੀ ਕੱਟਦੀਆਂ, ਜਾਨੀ ਕਾਂਟਾ ਹੀ ਫੇਰਨਾ ਉਹਦੇ ਚ ਕੀ ਆ, ਕਿਹੜੀਆਂ ਦੇਣੀਆਂ ਆ। ਹੁਣ 60 ਲੱਖ ਤੇ ਆ ਗਏ ਆ। 60 ਲੱਖ ਨੌਕਰੀਆਂ ਕਿੱਥੋਂ ਦੇਣੀਆਂ? ਜਿਹੜੀਆਂ ਦਿੱਤੀਆਂ ਹੋਈਆਂ ਉਹਨੂੰ ਹੀ ਬਚਣ ਦਿਓ, ਉਹਨਾਂ ਨੂੰ ਹੀ ਕਰਨ ਦਿਓ। ਰੇਲਵੇ ਤੁਸੀਂ ਪ੍ਰਾਈਵੇਟ ਕਰ ਰਹੇ ਆ, 에ਅਰਵੇਜ਼ ਘਰੇ ਦਿੱਤੀ ਆ, BSNL ਪ੍ਰਾਈਵੇਟ ਕਰਨਾ। ਜਿਹੜੇ ਵੱਡੇ ਪਬਲਿਕ ਸੈਕਟਰ, ਲਾਭਕਾਰੀ ਪਬਲਿਕ ਸੈਕਟਰ, ਜਾਨੀ ਇਹ ਨਹੀਂ ਕਿ ਜਿਨ੍ਹਾਂ ਦੇ ਘਾਟਾ ਪਿਆ, ਉਹਨਾਂ ਨੂੰ ਵੀ ਤੁਸੀਂ ਪ੍ਰਾਈਵੇਟ ਕਰ ਰਹੇ ਆ। ਤੇ ਨੌਕਰੀਆਂ ਦੇਣੀਆਂ ਕਿ ਨੌਕਰੀਆਂ ਖੋਣੀਆਂ? ਮੈਨੂੰ ਤਾਂ ਲੱਗਦਾ ਪੱਕੀਆਂ ਨੌਕਰੀਆਂ ਲਗਾਤਾਰ ਇਹ ਸਰਕਾਰ ਖੋ ਰਹੀ ਹੈ ਔਰ ਮਾਰਕੀਟ 'ਚ ਨਵੀਆਂ ਨੌਕਰੀਆਂ ਮਿਲ ਨਹੀਂ ਰਹੀਆਂ। ਇਸੇ ਕਰਕੇ ਲੋਕਾਂ ਦਾ ਕਾਫੀਆ ਤੰਗ ਹੈ। ਹਾਂਜੀ, ਬਿਲਕੁਲ ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਇਹ ਆ ਕਿ ਇਹ ਤਾਂ ਕਹਿੰਦੇ ਸੀ ਕਿ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਹੈ। ਪਰ ਜਦੋਂ ਅਸੀਂ ਹੁਣ MSP ਦੇ ਮੁੱਦੇ ਦੇ ਉੱਤੇ, ਮੇਰਾ ਇਹ ਸਵਾਲ ਲੋਕ ਵੀ ਸੋਚਦੇ ਹੋਣੇ, ਕਿਸਾਨਾਂ ਨੂੰ ਫਿਰ ਕਾਹਲੀ ਕੀ ਸੀ? ਅੱਜ ਟਕੈਤ ਸਾਹਿਬ ਬਿਆਨ ਦੇ ਰਹੇ ਨੇ, तमाम ਕਿਸਾਨ ਆਗੂ ਕਹਿ ਰਹੇ ਨੇ ਕਿ MSP ਦੇ ਉੱਤੇ ਸਰਕਾਰ ਨੇ ਜਿਹੜਾ ਬਜਟ ਘਟਾਤਾ, ਸਰਕਾਰ ਨੇ MSP ਤੇ ਵਿਸ਼ਵਾਸਘਾਤ ਕਰਤਾ। ਤੇ ਫਿਰ ਕਾਹਲੀ ਕੀ ਸੀ? ਉੱਥੋਂ ਬਾਰਡਰਾਂ ਤੋਂ ਵਾਪਸ ਆਉਂਦੀ, ਬੈਠੇ ਰਹਿੰਦੇ ਉੱਥੇ ਬਹਿ ਕੇ, ਆਪਣੇ MSP ਦਾ ਕਾਨੂੰਨ ਬਣਾ ਕੇ ਲੈ ਕੇ ਆਉਂਦੇ। ਹੁਣ ਸਿਆਸਤ ਦੇ ਵਿੱਚ ਆ ਗਏ, ਜਾਂ ਉਧਰ ਟਕੈਤ ਸਾਹਿਬ UP ਦੇ ਵਿੱਚ ਜਿਸ ਤਰੀਕੇ ਨਾਲ ਸਿਆਸਤ ਨੂੰ ਜਿਹੜੀ ਟੱਕਰ ਦੇ ਰਹੇ ਨੇ, ਤਾਂ ਇਹਦਾ ਫਾਇਦਾ ਕੀ ਹੋਇਆ? ਫਿਰ ਕਿਸਾਨਾਂ ਨੂੰ ਕੀ ਮਿਲਿਆ? ਸੁਖਵਿੰਦਰ ਜੀ, ਕਹਿਣਾ ਬੜਾ ਸੌਖਾ। ਤੁਸੀਂ ਇਮਾਨਦਾਰੀ ਨਾਲ ਦੱਸੋ ਕਿ ਉੱਥੇ ਕਿੰਨੇ ਮਹੀਨੇ ਕੱਟ ਕੇ ਆਏ ਆ? ਇਮਾਨਦਾਰੀ ਨਾਲ। ਮੈਂ ਵੈਸੇ ਕਹਿੰਦਾ, ਮੈਨੂੰ ਪਤਾ ਆ ਤੁਸੀਂ ਮੇਰੇ ਨਾਲ ਗੱਲ ਕਰਦੇ ਸੀ, ਕੁਛ ਕਿ 1-2 ਗੇੜੇ ਮਾਰੇ ਹੋਣਗੇ, ਠੀਕ ਹੈ ਨਾ। ਜਿਹੜੇ ਬੰਦੇ ਲਗਾਤਾਰ ਘਰ-ਬਾਰ ਛੱਡ ਕੇ ਉੱਥੇ 1 ਸਾਲ ਤੋਂ ਉੱਪਰ 378 ਦਿਨ ਬੈਠੇ ਰਹੇ, ਉੱਥੇ ਇੰਨੀ ਸਰਦੀ, ਮੱਛਰ ਮੱਖੀ, ਟਾਇਲਟ ਨਹੀਂ ਹੈਗੀ, ਰੋਟੀ ਚੰਗੀ ਮਾੜੀ ਜਿਹੋ ਜਿਹੀ ਡੰਗਰਾਂ ਵਾਂਗੂ ਮਿਲ ਜੇ ਉਹ ਖਾਣੀ, ਹੈ ਨਾ। ਇਹ ਸਾਰੇ ਕੁਛ ਦੇ ਬਾਵਜੂਦ ਇੰਨੀ ਗਰਮੀ, ਫਿਰ ਮੀਂਹ, ਹੜ੍ਹ, ਫਿਰ ਲਗਾਤਾਰ ਸਰਕਾਰ ਦੀਆਂ ਸ਼ਰਾਰਤਾਂ, ਕੁੱਲੀਆਂ ਨੂੰ ਅੱਗਾਂ ਲਾਉਣੀਆਂ, ਬੰਦੇ ਭੇਜਣੇ, ਹੋਰ ਕਰਨਾ ਹੈ। ਇਹ ਸਾਰੇ ਕੁਝ ਇੱਕ ਛੋਟੀ ਤਣਾਅ ਵਾਲੀ ਗੱਲ ਸੀ। ਫਿਰ ਅਸੀਂ ਆਪਣੇ ਇੱਥੇ ਬਹਿ ਕੇ ਆਰਾਮ ਨਾਲ ਕਹਿੰਦੇ, ਜਿਹੜੇ ਆਪਾਂ ਬਾਹਰ ਨਹੀਂ ਨਿਕਲਦੇ, ਤੇ ਯਾਰ ਹੋਰ ਬਹਿ ਜਾਂਦੇ। ਇਹ ਸੌਖਾ ਕੰਮ ਨਹੀਂ ਹੁੰਦਾ। ਇੱਕ ਸਾਲ ਤੋਂ ਉੱਪਰ ਟਾਈਮ ਸੜਕ ਤੇ ਬਹਿਣਾ। ਸੜਕ ਤੇ ਤੁਸੀਂ 4 ਘੰਟੇ ਸੜਕ ਤੇ ਖੜੇ ਹੋ ਕੇ ਦੱਸੋ, ਜਦੋਂ ਬੱਸ ਨਹੀਂ ਆਉਂਦੀ, ਜੇ ਤਰਲੋ ਮੱਛੀ ਨਾ ਹੋ ਜਾਣਗੇ, ਭੁੜਕ ਕੇ ਲੋਕ ਨਾ ਡਿੱਗਣਗੇ, ਲਾਲ ਅੱਖਾਂ ਕਰ ਲੈਂਦੇ ਆ ਵੀ ਬੱਸ ਕਿਉਂ ਨਹੀਂ ਆਈ, ਬੱਸ ਕਿਉਂ ਨਹੀਂ ਆਈ।
ਤੇ ਸੜਕ ਤੇ ਬੈਠੇ ਇੰਨਾ ਚਿਰ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਔਰ ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀ ਹਿੰਮਤ, ਉਹਨਾਂ ਦੀ ਦਲੇਰੀ ਤੇ ਉਹਨਾਂ ਦੇ ਆਪਸੀ ਜਿਹੜਾ ਮਿਲਵਰਤਨ ਆ, ਉਸ ਨੂੰ ਨਤਮਸਤਕ ਹੋਈਏ। ਮੈਂ ਤੇ ਸਿਰ ਝੁਕਾਉਣਾ, ਸੱਚੀ ਗੱਲ ਆ। ਇਹ ਛੋਟੀ ਗੱਲ ਨਹੀਂ, ਇਤਿਹਾਸ ਰਚਿਆ ਉਹਨਾਂ ਨੇ। ਆਪਾਂ ਜੋ ਕੀਤਾ ਉਹਨੂੰ ਪਹਿਲਾਂ ਸਲਾਹੀਏ ਤੇ ਉਹਦੀ ਮਹੱਤਤਾ ਸਮਝੀਏ। ਹੋਰ ਉੱਥੇ ਬਹਿਣਾ ਇਸ ਸਮੇਂ ਦੇ ਦੌਰਾਨ ਲਗਾਤਾਰ ਮੁਸ਼ਕਲ ਸੀ, ਬ੍ਰੇਕ ਚਾਹੀਦੀ ਸੀ, ਥਕਾਵਟ ਸੀਗੀ, ਉਹ ਬ੍ਰੇਕ ਮਿਲੀ ਆ। ਆਪਾਂ ਫਿਰ ਤਿਆਰੀ ਕਰਕੇ ਫਿਰ ਹਮਲਾ ਕਰਾਂਗੇ, ਜਿਵੇਂ ਬਾਰ-ਬਾਰ ਹਮਲੇ ਸਾਡੇ ਦੇਸ਼ ਦੇ ਉੱਤੇ ਹੁੰਦੇ ਰਹੇ ਆ ਬਾਹਰੋਂ ਆ ਕੇ, ਵਿਦੇਸ਼ਾਂ ਤੋਂ। ਮੁਹੰਮਦ ਗੌਰੀ ਦਾ, ਗਜ਼ਨੀ ਦਾ ਪਹਿਲਾ ਹਮਲਾ, ਦੂਜਾ ਹਮਲਾ ਸਾਰੇ ਕਰਦੇ ਰਹੇ ਆ। ਅਸੀਂ ਵੀ ਦਿੱਲੀ ਵੱਲ ਕਿਸਾਨ ਬਾਰ-ਬਾਰ ਤਿਆਰੀ ਕਰਕੇ ਬਾਰ-ਬਾਰ ਇਸ ਗੱਲ ਦੀ ਰੈਜ਼ਿਸਟੈਂਸ ਪੈਦਾ ਕਰਨਗੇ। ਕੋਈ ਸਾਨੂੰ ਕੋਈ ਦਿੱਕਤ ਨਹੀਂ, ਹਾਰ ਥੋੜੀ ਮੰਨ ਕੇ ਆਏ, ਜਿੱਤ ਕੇ ਆਏ ਆ। ਤੇ ਜਿੱਤ ਦੀ ਖੁਸ਼ੀ ਵੀ ਹੋਣੀ ਚਾਹੀਦੀ ਆ। ਠੀਕ ਹੈ, ਇਲੈਕਸ਼ਨ ਆਈ ਤੇ ਚਲੇਗੀ। ਇਲੈਕਸ਼ਨ ਤੇ ਕਿਹੜਾ 3 ਹਫ਼ਤੇ ਰਹਿ ਗਏ, 3 ਹਫ਼ਤੇ ਤੋਂ ਘੱਟ ਪੀਰੀਅਡ ਰਹਿ ਗਿਆ। ਇਹ ਤੋਂ ਬਾਅਦ ਫਿਰ ਅਸੀਂ ਇਹੀ ਕੰਮ ਕਰਨਾ ਜਿਹੜੇ ਪਹਿਲਾਂ ਕਰਦੇ ਸੀ। ਇਹ ਮੰਗਾਂ ਜਿਹੜੀਆਂ ਨਾ ਕਿਸਾਨਾਂ ਦੀਆਂ, ਉਹ 1 ਦਿਨ 2 ਦਿਨ 1 ਸਾਲ 2 ਸਾਲ 5 ਸਾਲ ਚ ਨਹੀਂ ਖਤਮ ਹੋਣੀਆਂ। ਇਹ ਇਤਿਹਾਸ ਦੇ ਇੱਕ ਨਵਾਂ ਦੌਰ ਦੇ ਵਿੱਚ ਤੁਸੀਂ ਜਾ ਰਹੇ ਆ, ਜਿੱਥੇ ਪਿੰਡਾਂ ਨੂੰ ਖਤਮ ਕਰਕੇ ਸ਼ਹਿਰ, ਹੋਰ ਕਈ ਕੁਛ ਫੈਕਟਰੀਆਂ, ਇੰਡਸਟਰੀਆਂ, ਹੋਰ ਉਹਨੂੰ ਕੰਟਰੋਲ ਕਰਕੇ ਉਹਨਾਂ ਨੂੰ ਕੰਟੇਨ ਕਰਨ ਦਾ ਇੱਕ ਬੜੀ ਵੱਡੀ ਸਾਜ਼ਿਸ਼ ਹੈਗੀ ਹੈ। ਬਹੁਤ ਸਾਰੀ ਪੇਂਡੂ ਪਾਪੂਲੇਸ਼ਨ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈਗੀ ਹੈ। ਉਸ ਦੇ ਵਿਰੁੱਧ ਤੁਹਾਨੂੰ ਆਉਣ ਵਾਲੇ ਕਈ ਦਹਾਕਿਆਂ ਤੱਕ ਇਹ ਸਟਰਗਲ ਕਰਨਾ ਪਊ। ਜੇ ਏਡਾ ਲੰਮਾ ਘੋਲ ਹੈਗਾ ਤੇ ਆਪਾਂ ਇੰਨੀ ਦੇਰ ਤੇ ਸ਼ਾਇਦ ਸੜਕ ਤੇ ਨਹੀਂ ਸੀ ਬੈਠ ਸਕਦੇ। ਬਿਲਕੁਲ ਪ੍ਰੋਫੈਸਰ ਸਾਹਿਬ, ਮੋਦੀ ਸਾਹਿਬ ਆ ਰਹੇ ਨੇ ਅਗਲੇ ਦਿਨਾਂ ਦੇ ਵਿੱਚ, ਕੀ ਕਿਸਾਨ ਹੁਣ ਕਿਸ ਤਰ੍ਹਾਂ ਦਾ ਰੁਖ ਰੱਖਣਗੇ? ਉਹ ਕਹਿੰਦੇ ਡਬਲ ਇੰਜਨ ਸਰਕਾਰ ਅਸੀਂ ਪੰਜਾਬ 'ਚ ਬਣਾਉਣੀ ਹੈ। ਕੈਪਟਨ ਸਾਹਿਬ ਵੀ ਉਤਸ਼ਾਹਿਤ ਨੇ, ਭਾਵੇਂ ਇੰਜਨ ਪੁਰਾਣੇ ਨੇ। ਦੇਖੋ ਸੁਖਵਿੰਦਰ ਜੀ, ਇਹ ਇੰਜਣ ਤੇ ਪਤਾ ਨਹੀਂ ਲੱਭਦੇ ਨਹੀਂ ਹੁੰਦੇ। ਪੱਛਮੀ ਬੰਗਾਲ 'ਚ ਲੱਭੇ ਇੰਜਣ, ਉੱਥੇ ਵੀ ਡਬਲ ਇੰਜਣ ਹੀ ਸੀਗਾ। ਉਹ ਲੈ ਗਈ ਸ਼ੇਰਨੀ, ਕਹਿੰਦੀ ਖੇਲਾ ਹੋਵੇ। ਜਾਂ ਜਦੋਂ ਐ ਬੜਕ ਮਾਰੀ ਤੇ ਇਹਨਾਂ ਨੂੰ ਭਜਦਿਆਂ ਨੂੰ ਨਿਰਾਰ ਰੱਬਾ। ਰੋਜ਼ ਸਵੇਰੇ 4 ਵਜੇ ਉੱਠ ਕੇ ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ। ਭਾਈ ਉਹਨਾਂ ਨੂੰ ਬੰਗਾਲੀ ਲੋਕ ਆ, ਉਹਨਾਂ ਦੇ ਬੰਗਾਲੀ ਕਲਚਰ ਦਾ ਪ੍ਰਾਈਡ ਹੈਗਾ, ਜਿਵੇਂ ਫ੍ਰੈਂਚ ਲੋਕਾਂ ਦਾ ਪ੍ਰਾਈਡ ਹੈ, ਫਰਾਂਸੀਸੀ ਲੋਕਾਂ ਦਾ। ਤੁਸੀਂ ਉਸ ਦੇ ਵਿੱਚ ਭਾਸ਼ਾ 'ਚ ਗੱਲ ਕਰੋ, ਆਪਣੀ ਪੋਲਿਟਿਕਸ ਕਰੋ। ਤੁਸੀਂ ਤੇ ਕੁਝ ਹੋਰ ਹੀ ਉੱਥੇ ਧਾਰਮਿਕ ਚਿੰਜੜੀਆਂ ਛੇੜਨ ਚਲੇ ਗਏ, ਆਪਣੀਆਂ ਧਰਮਾਂ ਦੀ ਲੜਾਈ ਕਰਨ ਚਲੇ ਗਏ। ਤੇ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਉਹਨਾਂ ਨੇ ਇਹਨਾਂ ਦੀਆਂ ਰੈਲੀਆਂ 51 ਕੀਤੀਆਂ ਸੀ, 26 ਕੀਤੀਆਂ ਸੀ ਅਮਿਤ ਸ਼ਾਹ ਨੇ, 25 ਕੀਤੀਆਂ ਸੀਗੀਆਂ ਮੋਦੀ ਜੀ ਨੇ, ਕੋਈ ਅਸਰ ਨਹੀਂ ਹੋਇਆ। ਪਰ ਇਹ ਗੱਲ ਜ਼ਰੂਰ ਹੈ ਕਿ ਪੈਰ ਧਰਾਵਾ ਫਿਰ ਵੀ ਕਰਕੇ, ਕਿਉਂਕਿ ਦੂਜੀਆਂ ਦੋਵੇਂ ਪਾਰਟੀਆਂ ਪੂੰਜੀਆਂ ਹੀ ਗਈਆਂ, ਜਿਹਨੂੰ ਕਹਿੰਦੇ ਨਾ ਬਿਲਕੁਲ ਹੀ ਪੋਚਾ ਹੀ ਫਿਰ ਗਿਆ। ਕਿਹੜੀ ਤੇ CPM ਦੇ ਤੇ ਕਾਂਗਰਸ ਤੇ ਉਹਦੀ ਸਾਰੀ ਜਗ੍ਹਾ ਲੈ ਗਈ। ਜਾਂ ਤੇ ਕੁਝ BJP ਲੈ ਗਈ ਤੇ ਕੁਝ ਜਿਹੜੀ ਰਿਟੇਨ ਕਰ ਗਈ TMC। ਇਸੇ ਤਰੀਕੇ ਨਾਲ ਇੱਥੇ ਵੀ ਆ ਜਾਣ, ਆ ਕੇ ਜ਼ਰੂਰ ਕਰਨ, ਪਰ ਸਾਨੂੰ ਡਰ ਲੱਗ ਰਿਹਾ ਕਿ ਸੁੱਖਾ ਨਾ ਆਉਣ। ਜੇ ਉਹਨਾਂ ਦੀ ਸਿਕਿਉਰਿਟੀ ਦਾ ਕੋਈ ਡਰ ਹੈ, ਸਾਨੂੰ ਪਹਿਲਾਂ ਹੀ ਦੱਸ ਦੇਣ। ਅਸੀਂ ਕਿਸਾਨਾਂ ਨੂੰ ਕਹਿ ਦਿੰਦੇ ਆ ਵੀ ਆਪਣੇ ਜਿਹੜੇ ਝੰਡੇ ਡੰਡੇ ਲੈ ਕੇ ਸਿਕਿਉਰਿਟੀ ਵਾਲੇ, ਕੋਈ ਦਿਖਾਉਣ ਵਾਲੇ ਨਹੀਂ, ਸਾਡੇ ਪ੍ਰਧਾਨ ਮੰਤਰੀ ਆ, ਉਹ ਸਾਰੇ ਲੈ ਕੇ ਉਹ ਉੱਥੇ ਪਰੇਡ ਅੱਗੇ ਕਰਦੇ ਜਾਣ, ਜਿਵੇਂ 26 ਜਨਵਰੀ ਨੂੰ ਹੋਈ ਸੀਗੀ। ਤੇ ਉਹ ਅੱਗੇ ਆਉਣ ਤੇ ਉਹਨਾਂ ਦਾ ਸਵਾਗਤ ਕਰਨ, ਹਾਰ ਵੀ ਪਵਾ ਦਿਆਂਗੇ। ਪਰ ਜੇ ਤੁਸੀਂ ਜੋ ਪਿਛਲੀ ਵਾਰੀ ਹੈ ਉਸ ਮਾਨਸਿਕਤਾ ਨਾਲ ਆਉਣਾ, ਦੂਜਿਆਂ ਨੂੰ ਨਿਮਿਆਉਣ ਲਈ ਤੇ ਕੁਝ ਹੋਰ ਹੀ ਕਰਨ ਲਈ ਕਿ ਮੈਂ ਤੇ ਮਰਨੋਂ ਬਚਿਆ, ਸਾਨੂੰ ਡਰ ਲੱਗਦਾ ਕਿ ਉਹ ਪੰਜਾਬ ਦੀ ਸ਼ਾਂਤੀ ਲਈ, ਪੰਜਾਬ ਦੇ ਇਲੈਕਸ਼ਨ ਲਈ ਇਹੋ ਜਿਹੀਆਂ ਜਿਹੜੀ ਕੋਈ ਵੀ ਜੇ ਮਾਨਸਿਕਤਾ ਹੈਗੀ ਆ ਤੇ ਉਹਨੂੰ ਅਵਾਇਡ ਕਰਨਾ ਚਾਹੀਦਾ। ਉਹ ਬੜੀ ਖਤਰਨਾਕ। ਪਹਿਲਾਂ ਚਲੋ ਉਦੋਂ ਤੇ ਇਲੈਕਸ਼ਨ ਦਾ ਮਾਹੌਲ ਨਹੀਂ ਸੀ, ਹੁਣ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਇਹੋ ਜਿਹੀ ਕੋਈ ਵੀ ਗੱਲ ਖਤਰਨਾਕ ਹੋ ਸਕਦੀ। ਪਰ ਜ਼ਿਆਦਾਤਰ ਉਮੀਦ ਇਹੀ ਹੈ ਕਿ ਐਤਕੀ ਜੋ ਪਿਛਲੀ ਵਾਰੀ ਸਾਰਾ ਕੰਮ ਉਹਨਾਂ ਦਾ ਫਿਆਸਕੋ ਹੋ ਗਿਆ, ਉਸ ਸ਼ਰਮਿੰਦਗੀ ਨੂੰ ਕਵਰ ਅਪ ਕਰਨ ਲਈ ਕੁਝ ਨਾ ਕੁਝ ਚੰਗੇ ਕਦਮ ਇਸ ਵਾਰੀ ਲੈ ਕੇ ਜਾਣਗੇ। ਹਾਂਜੀ, ਬਿਲਕੁਲ। ਹੁਣ ਜਿਹੜਾ ਸਵਾਲ ਕਿਸਾਨਾਂ ਤੇ ਜਿਹੜੇ ਆਗੂ ਨੇ ਰਾਜੇਵਾਲ ਸਾਹਿਬ ਤੇ ਉੱਠ ਰਿਹਾ, ਲਗਾਤਾਰ ਸੋਸ਼ਲ ਮੀਡੀਆ ਚਰਚਾਵਾਂ, ਇੰਟਰਵਿਊਜ਼ ਚੱਲ ਰਹੀਆਂ। ਕੈਪਟਨ ਚੰਨਨ ਸਿੰਘ ਸਿੱਧੂ ਹੋਰੀ ਵੀ ਇਲਜ਼ਾਮ ਲਾ ਰਹੇ ਨੇ, ਪਹਿਲਾਂ ਲੋਕ ਅਧਿਕਾਰ ਲਹਿਰ ਵਾਲਿਆਂ ਨੇ ਵੀ ਕਿਹਾ। ਹੁਣ ਉਹ ਕਹਿ ਰਹੇ ਨੇ ਇੰਟਰਵਿਊਜ਼ ਦੇ ਵਿੱਚ ਕਿ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੇਚੀਆਂ, ਕਿਸੇ ਤੋਂ ਲੱਖਾਂ ਰੁਪਏ ਲਿਆ ਗਿਆ, ਇਸ ਢੰਗ ਦੇ ਨਾਲ ਜਿਹੜਾ ਚੱਲੇ, ਪਹਿਲਾਂ ਕਿਉਂ ਨਹੀਂ ਰਜਿਸਟ੍ਰੇਸ਼ਨ ਕਰਾਈ, ਉਹ ਸਾਰਾ ਕੁਝ ਹੈ। ਕਹਿੰਦੇ ਕੇਜਰੀਵਾਲ ਦੇ ਪਹਿਲਾਂ ਮਗਰ ਲੱਗੇ ਰਹੇ, ਉਸ ਤੋਂ ਬਾਅਦ ਹੁਣ ਜਿਹੜਾ ਜਾ ਕੇ ਲੋਕਾਂ ਦੇ ਨਾਲ, ਇਹ ਵੀ ਲੋਕਾਂ ਨਾਲ ਧੋਖੇ ਦੇ ਬਰਾਬਰ ਹੀ ਹੈ ਕਿ ਆ ਕੇ ਮੌਕੇ ਦੇ ਉੱਤੇ ਕਹਿੰਦੇ ਚੋਣ ਨਿਸ਼ਾਨ ਹੀ ਕੋਈ ਨਹੀਂ, ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ? ਫਿਰ ਕਹਿੰਦੇ ਟਿਕਟਾਂ ਵੇਚਤੀਆਂ। ਇਹ ਦੇਖੋ, ਚੰਨਨ ਸਿੰਘ ਮੇਰੇ ਸਾਹਮਣੇ ਮੋਹਾਲੀ ਵਾਲੇ ਦਫ਼ਤਰੇ ਟਿਕਟ ਲੈਣ ਆਏ ਸੀ ਕਿਸੇ ਲਈ, ਸ਼ਾਇਦ ਆਪਣੇ ਮੁੰਡੇ ਲਈ ਕਿ ਕਿਹਦੇ ਲਈ, ਹੋਰ ਵੀ ਕਈ ਬੰਦੇ ਆਏ ਸੀ। ਠੀਕ ਹੈ,
ਹੁਣ ਜਿਨ੍ਹਾਂ ਨੂੰ ਟਿਕਟ ਨਹੀਂ ਮਿਲਦੀ ਉਹ ਕਹਿੰਦੇ ਜੀ ਵੇਚਤੀਆਂ ਜੀ, ਵੇਚਤੀਆਂ ਜੀ। ਇਹਨਾਂ ਨੂੰ ਇਹ ਸੀ ਵੀ ਅਸੀਂ ਤੇ ਮੁਫਤ ਲੈਣੀ ਸੀ, ਜੇ ਸਾਨੂੰ ਨਹੀਂ ਮਿਲੀ ਤੇ ਦੂਜਿਆਂ ਤੋਂ ਪੈਸੇ ਹੀ ਲਏ ਹੋਣਗੇ। ਤੇ ਇੰਝ ਲੇਬਲ ਨਾ ਲਾਓ, ਤੁਸੀਂ ਮਾੜਾ ਮੋਟਾ ਵੀ ਪ੍ਰੂਫ ਦਿਓ। ਅਸੀਂ ਬਿਲਕੁਲ ਹੀ ਇਹਨਾਂ ਦੇ ਨਾਲ ਰੈਲੀਆਂ ਕਰਾਂਗੇ ਰਾਜੇਵਾਲ ਦੇ ਵਿਰੁੱਧ। ਮਾੜਾ ਮੋਟਾ ਵੀ ਪ੍ਰੂਫ ਦੇ ਦਿਓ, ਮਾੜਾ ਮੋਟਾ ਵੀ। ਜੇ ਕੋਈ ਪ੍ਰੂਫ ਹੈ ਹੀ ਨਹੀਂ ਤੇ ਤੁਸੀਂ ਕਾਹਨੂੰ ਆਪਣੀ ਬੇਇੱਜ਼ਤੀ ਕਰਾਉਂਦੇ? ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇੱਕ ਉਹ ਵੱਡੀ ਮੂਵਮੈਂਟ ਦੇ ਸਤੰਭ ਹੈਗੇ ਆ, ਇੱਕ ਹੀਰੋ ਹੈ, ਇੱਕ ਫੇਸ ਹੈ, ਚਿਹਰੇ ਆ ਉਸ ਮੂਵਮੈਂਟ ਦੇ। ਤੁਸੀਂ ਉਹਨਾਂ ਨੂੰ ਵੀ ਨਹੀਂ ਛੱਡਦੇ ਬਈ। ਇਹਨਾਂ ਨੇ ਆਪਣੀ ਪਾਰਟੀ ਬਣਾਈ ਸੀ, ਚੰਨਣ ਸਿੰਘ ਹੋਣਾ ਨੇ। ਪ੍ਰਧਾਨ ਨੇ ਸੈਕਟਰੀ ਨੂੰ ਕੱਢਤਾ, ਸੈਕਟਰੀ ਨੂੰ ਪ੍ਰਧਾਨ ਨੇ ਕੱਢਤਾ, 1 ਮਹੀਨਾ ਨਹੀਂ ਚੱਲੀ। ਉਹ ਜਿਹੜਾ ਇਹਨਾਂ ਦਾ ਸੈਕਟਰੀ ਸੀਗਾ, ਉਹ ਪਤਾ ਨਹੀਂ ਸੀਨੀਅਰ ਵਾਈਸ ਪ੍ਰਧਾਨ ਸੀ ਕਿ ਸੈਕਟਰੀ ਸੀਗਾ, SR ਲੱਦੜ। ਉਹ ਜਾ ਕੇ ਬੀਜੇਪੀ ਚ ਰਲ ਗਿਆ। ਇਹਨਾਂ ਨੇ ਜਿੱਥੇ ਜਾਣਾ ਇਹ ਵੀ ਚਲੇ ਜਾਣ, ਹੋਰ ਕਿਤੇ ਕਿਤੇ ਨਹੀਂ ਜਾਣਾ। ਤੇ ਪਰ ਤੁਸੀਂ ਦੂਜਿਆਂ ਨੂੰ ਆਹ ਗੱਲ ਨਾ ਕਰੋ। ਰਹੀ ਗੱਲ ਜਿਹੜੀ ਲੋਕ ਅਧਿਕਾਰ ਪਾਰਟੀ, ਦੇਖੋ ਉਹਨਾਂ ਬਾਰੇ ਕਈ ਕੰਟਰੋਵਰਸ਼ੀਅਲ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਬਿਨਾਂ ਸਬੂਤਾਂ ਤੋਂ ਗੱਲ ਨਹੀਂ ਕਰਨੀ ਚਾਹੁੰਦਾ। ਪਰ ਉਹ ਵੀ ਇਹੀ ਸੀਗੇ, ਖੁੱਚਾਂ ਵੱਡੀਆਂ ਹੋਈਆਂ ਸੀਗੀਆਂ, ਗੇੜੇ ਮਾਰ ਮਾਰ ਕੇ ਸਾਨੂੰ ਆਹ ਟਿਕਟ ਦਿਓ, ਆਹ ਟਿਕਟ ਦਿਓ, ਆਹ ਟਿਕਟ ਦਿਓ। ਜਿਉਂ ਹੀ ਪਤਾ ਲੱਗ ਗਿਆ ਕਿ ਟਿਕਟ ਇਹਨਾਂ ਦੇ ਮਨ ਦੀ, ਅਸੀਂ ਕਿਹਾ ਸੀ ਆਹ 4 ਟਿਕਟਾਂ ਲੈ ਲਓ, ਕੋਈ ਗੱਲ ਨਹੀਂ ਹੈ, ਆਪਣੀ ਮਰਜ਼ੀ ਦੀ ਟਿਕਟ ਲੈਣੀ ਆ ਭਾਈ। ਤੁਸੀਂ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਇੱਕ ਨਾਰਾ ਮਾਰਿਆ ਔਰ ਉਹਨਾਂ ਨੇ ਹਰ ਕਿਸਮ ਦੀ ਕੰਟਰੋਵਰਸੀ ਨੂੰ ਵੀ ਬਰਦਾਸ਼ਤ ਕਰ ਰਹੇ। ਤੁਸੀਂ ਹੁਣ ਜੇ ਕਹੋ ਕਿ ਸਾਡਾ ਅਧਿਕਾਰ, ਸਾਡੇ ਹੱਕ ਇੱਥੇ ਰੱਖ ਕੇ ਲੋਕ ਅਧਿਕਾਰ ਆਪਣੇ ਤੌਰ ਤੇ ਪਾਰਟੀ ਬਣਾ ਕੇ ਇੰਡੀਪੈਂਡੈਂਟ ਲੜਨ, ਕੋਈ ਉਹਨਾਂ ਨੂੰ ਰੋਕਦਾ ਥੋੜੀ ਹੈ। ਤੁਸੀਂ ਕਿਸਾਨਾਂ ਦੇ ਵਿੱਚ ਵੜ ਕੇ ਕਿਸਾਨਾਂ 'ਚ ਖਲਲ ਨਾ ਪਾਓ। ਤੇ ਜੇ ਤੁਹਾਨੂੰ ਮਿਲਦੀ ਹੈ ਤੇ ਵਾਹ ਭਲੀ, 1 ਮਿਲਦੀ ਹੈ, 2 ਮਿਲਦੀਆਂ, 4 ਮਿਲਦੀਆਂ, ਵਾਹ ਭਲੀ। ਇਹ ਕਈ 11 ਇਹੋ ਜਿਹੇ ਲੋਕ ਮਿਲ ਕੇ ਆਏ ਸੀ, ਜਿਹਦੇ ਵਿੱਚ ਹੋਰ ਵੀ ਕਈ ਸੀ, ਮੈਂ ਕੱਲੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ 'ਚੋਂ ਲੋਕ ਅਧਿਕਾਰ ਪਾਰਟੀ ਤੇ ਆ ਕੇ ਪੂਰਾ ਜਿਹੜੇ 11 ਲੋਕ ਸੀਗੇ, ਹੁਣ ਜੇ ਉਹ ਕਹਿਣਗੇ ਕਿ ਸਾਨੂੰ 30-40 ਟਿਕਟਾਂ ਦੇ ਦਿਓ, ਤੇ ਇਹ ਤੁਸੀਂ ਫੇਰ ਮੰਨਦੇ ਇਸ ਗੱਲ ਨੂੰ? ਇਸ ਕਿਸਮ ਦਾ ਕੋਈ ਉਹਨਾਂ ਦੀਆਂ ਮੰਗਾਂ ਸੀਗੀਆਂ ਜਿਹੜੀਆਂ ਮੁਸ਼ਕਲ ਸੀ ਪੂਰੀਆਂ ਕਰਨੀਆਂ। ਤੇ ਉਹ ਜੇ ਇਹ ਕਹਿੰਦੇ ਵੇਚ ਦਿੱਤੀਆਂ, ਮੈਨੂੰ ਤੇ ਲੱਗਦਾ ਜੇ ਵੇਚੀਆਂ ਮੈਂ ਮਜ਼ਾਕ 'ਚ ਕਹਿ ਰਿਹਾ ਕਿ 4 ਪੈਸੇ ਹੀ ਕਿ ਇਹਦੇ ਕੋਲ ਹੋਣਗੇ, ਟਿਕਟ ਕਿਹਨੇ ਖਰੀਦੀ ਹੋਊ ਸਾਡੀ? ਮੈਨੂੰ ਇਹ ਤੇ ਦੱਸਣ। ਵੇਚਤੀਆਂ ਚਲੋ, ਕਿਹਨੇ ਟਿਕਟ ਖਰੀਦੀ? ਇੱਕ ਬੰਦੇ ਦਾ ਨਾਂ ਦੱਸਣ ਵੀ ਕਿਹਦੇ ਕੋਲ ਪੈਸੇ ਹੈਗੇ ਆ। 5 ਲੱਖ ਤੋਂ ਉੱਪਰ ਪੈਸਾ ਨਹੀਂ ਹੋਣਾ। ਉਹ ਸਾਨੂੰ ਰੋਜ਼ ਫੋਨ ਆਉਂਦੇ ਆ, ਸਾਡੇ ਕੈਂਡੀਡੇਟ ਕਹਿ ਰਹੇ ਆ ਕਿ ਮੇਰੇ ਕੋਲ ਕਾਰ ਹੈ ਨਹੀਂ। ਯਾਰ ਮੈਂ ਪੋਸਟਰ ਤੇ ਛਪਾ ਲਏ, ਫਲੈਕਸਾਂ ਛਪਾ ਲਈਆਂ, ਤੇ ਮੇਰੇ ਕੋਲ ਕਾਰ ਨਹੀਂ, ਇੱਕ ਵੀ ਕਾਰ ਨਹੀਂ ਹੈਗੀ। ਤੇ ਮੇਰੇ ਕੋਲ ਤੇ ਗੱਡਾ ਆ, ਟਰੈਕਟਰ ਵੀ ਹੈ ਨਹੀਂ, ਮੈਂ ਕੈਂਡੀਡੇਟ ਹੈਗਾ, ਮੈਨੂੰ ਯਾਰ ਕਾਰ ਦੇ ਦਿਓ। ਮੈਂ ਇਹ ਕਹਿਤਾ ਵੀ ਯਾਰ ਮੇਰੇ ਕੋਲ ਤੇ ਕੁਛ ਨਹੀਂ ਇਹੋ ਜਿਹਾ। ਡਾਕਟਰ ਸਵੈਮਾਨ ਨੂੰ ਫੋਨ ਕੀਤਾ, ਮੈਂ ਯਾਰ ਉਹਨੂੰ ਇੱਕ ਟੈਕਸੀ 3 ਹਫ਼ਤਿਆਂ ਲਈ ਕਿਰਾਏ ਤੇ ਕਰ ਦਿਓ। ਕਹਿੰਦਾ ਕੋਈ ਨਹੀਂ ਮੈਂ ਦੇਖਦਾ। ਉਹਨੂੰ 5 ਬੰਦਿਆਂ ਨੇ ਹੋਰਨਾਂ ਨੇ ਫੋਨ ਕਰਤੇ, ਕੋਈ ਕਹਿੰਦਾ ਫਲੈਕਸ ਦਿਓ, ਕੋਈ ਕਹਿੰਦਾ ਆਹ ਕਰ ਦਿਓ, ਮੇਰੇ ਕੋਲ ਪੈਸੇ ਨਹੀਂ। ਇਹ ਟਿਕਟਾਂ ਖਰੀਦਣ ਵਾਲੇ ਬੰਦੇ ਲੱਗਦੇ ਤੁਹਾਨੂੰ? ਸੱਚੀ ਗੱਲ ਮੈਂ ਤੁਹਾਨੂੰ ਕਹਿ ਰਿਹਾ। ਕਿੰਨੇ ਮੈਨੂੰ ਸਵੇਰ ਦੇ ਫੋਨ 4-5 ਆ ਗਏ। ਮੈਂ ਸ਼ਰਮਿੰਦਾ ਆ ਕਿ ਮੈਂ ਤਾਂ ਕੋਈ ਲੈਂਡਲੋਰਡ ਨਹੀਂ ਹੈਗਾ, ਨਾ ਮੇਰੇ ਕੋਲ ਬਲੈਕ ਮਨੀ ਹੈ। ਪੈਨਸ਼ਨ ਤੇ ਮੈਂ ਪ੍ਰੋਫੈਸਰ ਹੈਗਾ, ਉਹ ਵੀ ਮੇਰੀ ਅੱਧੀ ਪੈਨਸ਼ਨ ਆ ਕਿਉਂਕਿ ਪੂਰੀ ਮਿਲੀ ਨਹੀਂ। ਤੇ ਮੈਂ ਆਪਣਾ ਖਰਚਾ ਆਪ ਕਰ ਰਿਹਾ, ਮੇਰਾ ਭਰਾ ਕਰ ਰਿਹਾ, ਮੈਂ ਕਰ ਰਿਹਾ, ਮਤਲਬ ਅਸੀਂ ਰਲ ਕੇ ਕੋਈ ਇੱਕ ਪੈਸਾ ਦਿੰਨੇ ਆ, ਲੈਂਦੇ ਕਿਤੇ ਨਹੀਂ। ਮੈਂ ਕਿਹਾ ਸਾਡੇ ਵਾਂਗੂ ਕਰੋ ਭਾਈ, ਆਪਣਾ ਜਿਹੜਾ ਕਾਰਜ ਆਪ ਹੀ ਸਵਾਰੋ, ਕਿਸੇ ਨੇ ਬਹੁਤਾ ਨਹੀਂ ਦੇਣਾ। ਪਰ ਫਿਰ ਵੀ ਮੈਂ ਇੱਕ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਕਿ ਰਾਜੇਵਾਲ ਦਾ ਅਕਾਊਂਟ ਅਸੀਂ ਸਰਕੂਲੇਟ ਕਰਾਂਗੇ। ਉਹਨਾਂ ਨੇ ਅੱਜ ਅਕਾਊਂਟ ਖੋਲਿਆ ਆ, ਜੇ ਉਹਦੇ 'ਚ ਵੱਧ ਤੋਂ ਵੱਧ ਪੈਸੇ ਪਾਓਗੇ ਤੇ ਸ਼ਾਇਦ ਆਪਾਂ ਹੈ ਤੇ ਉਹ ਪਾਰਟੀ, ਕਿਉਂਕਿ ਰਜਿਸਟਰ ਨਹੀਂ ਹੋਈ। ਅੱਜ ਪਾਰਟੀ ਦੱਸਦੇ ਆ ਰਜਿਸਟਰ ਹੋ ਗਈ, ਮੈਨੂੰ ਪਤਾ ਲੱਗਾ। ਪਰ ਅੱਜ ਉਹਦਾ ਫਿਰ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਜਦੋਂ ਐਨ ਮੌਕੇ ਤੇ ਨਿਕਲ ਗਿਆ ਸਾਰਾ ਕੁਝ, ਫਿਰ ਪਾਰਟੀ ਹੋ ਜਾਣੀ। ਕਹਿੰਦੇ ਈਦ ਤੋਂ ਬਾਅਦ ਤੰਬਾ ਫੂਕਣਾ, ਉਹ ਈਦ ਤੋਂ ਬਾਅਦ ਹੁਣ ਸਾਨੂੰ ਜਿਹੜਾ ਨਾ ਕੱਪੜੇ ਸੋਹਣੇ ਮਿਲ ਗਏ ਆ, ਉਹਨੂੰ ਕੀ ਕਰੋਗੇ? ਉਹਦੇ ਨਿਰਾਸ਼ਾ ਵੀ ਆ ਤੇ ਖੁਸ਼ੀ ਵੀ ਹੈਗੀ। ਤੇ ਉਹ ਹਾਲਤ ਆ ਉਹਦੀ। ਕੱਲ ਨੂੰ ਅਸੀਂ ਦੇਖਦੇ ਹਾਂ ਕਿ ਕੀ ਉਹਦਾ ਸਾਨੂੰ ਫਾਇਦਾ ਰਜਿਸਟ੍ਰੇਸ਼ਨ ਦਾ ਹੁੰਦਾ ਜਾਂ ਨਹੀਂ ਹੁੰਦਾ। ਪਰ ਇਹ ਗੱਲ ਜ਼ਰੂਰ ਹੈਗੀ ਹੈ ਕਿ ਜਿਹੜੇ ਪੈਸੇ ਆ ਉਹ ਬਿਲਕੁਲ ਨੰਗ ਮਲੰਗ ਆ ਸਾਰੇ ਅਸੀਂ। ਤੇ ਕੋਈ ਇੱਕੜ ਦੁੱਕੜ ਕੋਈ ਹੋ ਵੀ ਸਕਦਾ ਪੈਸੇ ਵਾਲਾ ਹੋਵੇ, ਬਹੁਤੇ ਨੰਗ ਮਲੰਗ ਹੈਗੇ ਆ। ਜੇ ਸਾਡੇ ਵੀਰ ਸਾਨੂੰ ਕੋਈ 4 ਪੈਸੇ ਉਸ ਰਾਜ ਵਾਲੇ ਅਕਾਊਂਟ ਵਿੱਚ ਪਾਉਣਗੇ ਤੇ ਸ਼ਾਇਦ ਅਸੀਂ ਕਿਸੇ ਨੂੰ ਇੱਕ ਅੱਧੀ ਟੈਕਸੀ ਲੈ ਦਾਂਗੇ, ਕਿਸੇ ਦੀਆਂ 4 ਫਲੈਕਸਾਂ ਛਪਾ ਦਾਂਗੇ। ਇਹੋ ਜਿਹਾ ਕੰਮ ਅਸੀਂ ਕਰ ਸਕਦੇ। ਬਿਲਕੁਲ ਪਾਰਟੀ ਨੂੰ ਫੰਡਾਂ ਦੀ ਜ਼ਰੂਰਤ ਰਹਿੰਦੀ ਹੈ। ਗੱਲ ਹੁਣ ਕਾਂਗਰਸ ਦੀ ਸਿਆਸਤ ਦੀ ਕਰੀਏ। ਸਿੱਧੂ ਸਾਹਿਬ ਦੇ ਖਿਲਾਫ ਮਜੀਠੀਆ ਨੇ ਇੱਕੋ ਥਾਂ ਤੋਂ ਚੋਣ ਲੜਨ ਦਾ ਐਲਾਨ ਲੈ ਲਿਆ। ਆਪਣੀ ਘਰਵਾਲੀ ਨੂੰ ਉਹਨਾਂ ਨੇ ਮਜੀਠਾ ਹਲਕੇ ਤੋਂ ਸੀਟ ਦੇ ਦਿੱਤੀ ਹੈ। ਚੰਨੀ ਸਾਹਿਬ ਭਦੌੜ ਤੇ ਚਮਕੌਰ ਸਾਹਿਬ ਤੋਂ ਲੜ ਰਹੇ ਨੇ। ਲੋਕ ਇਹ ਸਵਾਲ ਪੁੱਛਦੇ ਨੇ ਕਿ ਚੰਗੀ ਗੱਲ ਹੈ ਕਿ ਮਜੀਠੀਆ ਇੱਕ ਥਾਂ ਤੋਂ ਚੋਣ ਲੜ ਰਿਹਾ। ਉਹ ਠੀਕ ਹੈ ਕਿ ਸਿੱਧੂ ਦੇ ਖਿਲਾਫ ਉਹਨਾਂ ਦੀ ਕੋਈ ਜੰਗ ਆ, ਪਰ ਕੀ ਹੁਣ ਚੰਨੀ ਸਾਹਿਬ ਇਸ ਦੀ ਮਿਸਾਲ ਪੈਦਾ ਕਰਨਗੇ? ਉਹ ਦੱਸਣਗੇ ਲੋਕਾਂ ਨੂੰ ਵੀ ਜੇ ਉਹ
ਭਦੌੜ ਤੋਂ ਜਿੱਤਦੇ ਨੇ ਜਾਂ ਚਮਕੌਰ ਸਾਹਿਬ ਤੋਂ ਜਿੱਤਦੇ ਨੇ, ਜਿੱਥੋਂ ਵੀ ਜਿੱਤਦੇ ਨੇ, ਜੇ ਦੋਨਾਂ ਸੀਟਾਂ ਜਿੱਤਦੇ ਨੇ, ਕਿਹੜੀ ਸੀਟ ਨੂੰ ਛੱਡ ਕੇ ਜਾਣਗੇ? ਜਾਂ ਫਿਰ ਇੱਕ ਪਾਸੇ ਕਰ ਦੇਣੇ, ਨਾ ਹੋਵੇ ਕਿ ਵੋਟਰਾਂ ਦੀ ਵੋਟ ਵੀ ਤਾਂ ਖਰਾਬ ਕਰਨੀ ਤੇ। ਨਹੀਂ, ਇਸ ਤਰ੍ਹਾਂ ਆ, ਦੇਖੋ ਚੰਨੀ ਸਾਹਿਬ ਨੂੰ ਪਾਰਟੀ ਜਿਹੜੀ ਆ ਉਹ ਕਿਸੇ ਵੀ ਤਰੀਕੇ ਨਾਲ ਰਿਸਕ 'ਚ ਨਹੀਂ ਪਾਉਣਾ ਚਾਹੁੰਦੀ, ਤੇ ਬੜੀ ਸਾਫ਼ ਸਿਗਨਲ ਬੜਾ ਸਾਫ਼ ਆ ਕਿ ਉਹ ਆਉਣ ਵਾਲੇ ਸਮੇਂ ਦਾ ਪਾਰਟੀ ਦਾ ਕਿਸੇ ਨਾ ਕਿਸੇ ਅਹਿਮ ਚਿਹਰਾ ਰਹੂਗਾ। ਸੀਐਮ ਕਹੋ, ਡਿਪਟੀ ਸੀਐਮ ਕਹੋ, ਹੋਮ ਮਿਨਿਸਟਰ ਕਹੋ, ਉਹ ਤਾਂਹੀਏ ਕਰਕੇ ਉਹਨਾਂ ਨੂੰ ਲੂਜ਼, ਯਾਨੀ ਜਿਹੜਾ ਉਹਨਾਂ ਨੂੰ ਹਲਾਰਾ ਇੱਕ ਦਲਿਤ ਸੀਐਮ ਬਣਾ ਕੇ ਪੰਜਾਬ 'ਚ ਮਿਲਿਆ। ਔਰ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਓਵਰਆਲ ਪਾਪੂਲੇਸ਼ਨ ਜਿਹੜੀ ਆ ਉਹ 32% ਦਲਿਤਾਂ ਦੀ ਆ, ਤੇ ਪਿੰਡਾਂ ਦੇ ਅੰਦਰ ਸ਼ਾਇਦ 37% ਜਾਂ ਕਿੰਨੀ ਪਰਸੈਂਟ ਆ, ਕਾਫੀ ਜ਼ਿਆਦਾ ਪਿੰਡਾਂ ਦੇ ਵਿੱਚ, ਰੂਰਲ ਏਰੀਆ 'ਚ। ਤੇ ਬਹੁਤ ਸਾਰੇ ਪਿੰਡ, 3300 ਪਿੰਡ ਇਹੋ ਜਿਹੇ ਜਿੱਥੇ 40% ਤੋਂ ਵੱਧ ਦਲਿਤ ਹੈਗੇ, 12,500 ਪਿੰਡਾਂ 'ਚੋਂ। ਤੇ ਇਹ ਉਹਨਾਂ ਦਾ ਇੱਕ ਚਿਹਰਾ ਜਿਹੜਾ ਚੰਨ ਵਾਂਗੂ ਚਮਕਿਆ ਆ, ਹੈ ਨਾ, ਫੁੱਲ ਮੂਨ ਵਾਂਗੂ। ਤੇ ਉਸ ਨੂੰ ਕਾਂਗਰਸ ਉਸ ਪ੍ਰੋਜੈਕਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਲੂਜ਼ ਪੰਜਾਬ ਦੇ ਅੰਦਰ ਨਹੀਂ ਕਰਨਾ ਚਾਹੁੰਦੀ, ਕਿਉਂਕਿ ਇਸੇ ਗੱਲ ਦਾ ਫਾਇਦਾ ਕੇਜਰੀਵਾਲ ਲੈਣਾ ਚਾਹੁੰਦਾ ਸੀ, ਇਸੇ ਗੱਲ ਦਾ ਫਾਇਦਾ ਬੀਜੇਪੀ ਲੈਣਾ ਚਾਹੁੰਦੀ, ਇਸੇ ਗੱਲ ਦਾ ਫਾਇਦਾ ਕੋਸ਼ਿਸ਼ ਹਾਫ ਹਾਰਟਡਲੀ ਅਕਾਲੀ ਦਲ ਨੇ ਵੀ ਕੀਤਾ ਜਦੋਂ ਡਿਪਟੀ ਸੀਐਮ ਦਾ ਚਿਹਰਾ ਲਾਣਿਆ। ਰਹੀ ਗੱਲ ਦੂਜੇ ਅਤੇ ਸੀਟ ਤੇ ਇੱਕੋ ਹੀ ਤੇ ਲੜਨਾ, ਕਿੱਥੋਂ ਵੀ ਜਿੱਤਣਗੇ ਜੇ ਦੋਵਾਂ ਤੋਂ। ਪੀਪੀਪੀ ਦੇ ਵਿੱਚ ਖੜੇ ਸੀਗੇ ਜਦੋਂ, ਹਾਰ ਹੀ ਗਏ ਸੀ ਸਾਡੇ ਜਿਹੜੇ ਮਨਪ੍ਰੀਤ ਬਾਦਲ। ਤੇ ਕਈ ਵਾਰੀ ਕੋਈ ਇੱਕ ਤੋਂ ਹਾਰ ਜਾਂਦਾ, ਜਿਸ ਤਰ੍ਹਾਂ ਹੁਣ ਟੀਐਮਸੀ ਸਾਰੀ ਜਿੱਤ ਗਈ ਤੇ ਉਹ ਖੁਦ ਆਪਣੀ ਸੀਟ ਤੋਂ ਹਾਰ ਗਈ, ਲੀਡਰ ਹਾਰ ਗਈ। ਇਸ ਤਰ੍ਹਾਂ ਕਈ ਵਾਰੀ ਹੋ ਜਾਂਦਾ, ਕੋਈ ਏਡੀ ਵੱਡੀ ਗੱਲ ਨਹੀਂ, ਉਸ ਨੂੰ ਕਵਰ ਅਪ ਕਰਨ ਲਈ ਉਹਨਾਂ ਨੇ ਕੀਤਾ। ਅਗਲੀ ਗੱਲ ਜਿਹੜੀ ਮਜੀਠੀਆ ਵਾਲੀ, ਮੈਨੂੰ ਨਹੀਂ ਸਮਝ ਆਉਂਦੀ ਵੀ ਪਹਿਲਾਂ ਮਜੀਠੀਆ ਨੇ ਅਨਾਉਂਸ ਕਿਉਂ ਕੀਤਾ ਉਥੋਂ। ਵਾਈਫ ਨੂੰ ਤੇ ਇੱਕ ਵੈਸੇ ਹੀ ਖਾਨਾ ਪੂਰਤੀ ਲਈ ਉੱਥੇ ਖੜਾ ਕਰਤਾ। ਜਿਵੇਂ ਜਿਸ ਤਰ੍ਹਾਂ ਹੁਣ ਸੁਖਬੀਰ ਸਿੰਘ ਬਾਦਲ ਵੀ ਪੋਲਿਟਿਕਸ ਵਿੱਚ ਹੈਗੇ ਆ, ਉਹਨਾਂ ਦੀ ਵਾਈਫ ਵੀ ਪੋਲਿਟਿਕਸ 'ਚ ਹੈਗੀ ਆ, ਉਹਨਾਂ ਦੀ ਭੈਣ ਤੇ ਨਹੀਂ ਚਲੋ ਅਜੇ ਹੈਗੇ ਸ਼ਾਇਦ, ਉਹਨਾਂ ਦੇ ਜਿਹੜੇ ਭੈਣ ਦੇ ਹਸਬੈਂਡ ਆ ਉਹ ਵੀ ਪੋਲਿਟਿਕਸ ਵਿੱਚ ਹੈਗੇ ਆ। ਜੇ ਉਹ ਇੱਥੋਂ ਲੜ ਰਹੇ ਆ ਤੇ ਮੈਨੂੰ ਲੱਗਦਾ ਕਿ ਇਹ ਬੜੀ ਵਧੀਆ ਗੱਲ ਆ, ਇਹਦੇ ਨਾਲ ਕਾਫੀ ਇਹ ਕੰਮ ਰੌਚਕ ਹੋਊਗਾ। ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਇਹਦਾ ਰਿਜ਼ਲਟ ਕੀ ਆ, ਕਿਉਂਕਿ ਇੱਥੋਂ ਜੇ ਛੱਡ ਕੇ ਜਾਂਦੇ ਆ ਅੰਮ੍ਰਿਤਸਰ ਈਸਟ ਵਾਲੀ, ਜਿੱਥੋਂ ਨਵਜੋਤ ਸਿੰਘ ਸਿੱਧੂ ਲੜ ਰਿਹਾ, ਉਹ ਤੇ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਸੀ। ਮੈਨੂੰ ਉਸ ਗੱਲ ਦਾ ਥੋੜਾ ਜਿਹਾ ਅਫਸੋਸ ਹੋ ਰਿਹਾ ਸੀ। ਪਰ ਜੇ ਉਹ ਦੂਜੀ ਛੱਡ ਰਹੇ ਆ ਮਜੀਠੇ ਵਾਲੀ ਤੇ ਇੱਥੋਂ ਖੜੇ ਹੋ ਰਿਹਾ, ਫਿਰ ਤੇ ਟਾਈਟਨਸ ਦਾ ਮੁਕਾਬਲਾ ਦੇਖਾਂਗੇ। ਵਧੀਆ, ਲੋਕਾਂ ਨੂੰ ਵੀ ਦਿਲਚਸਪੀ ਹੋਊਗੀ ਇਸ ਗੱਲ 'ਚ। ਬਿਲਕੁਲ ਬਿਲਕੁਲ। ਆਖਰੀ ਜਿਹੜੀ ਖਬਰ ਹੈ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੈ। ਭਗਵੰਤ ਮਾਨ ਹੋਰਾਂ ਦੇ ਬਿਆਨ ਚਰਚਾਵਾਂ ਦੇ ਵਿੱਚ ਨੇ। ਉਹ ਕਹਿੰਦੇ ਕਿ ਪੈਨ ਤਾਂ ਲੋਕਾਂ ਨੇ ਮੈਨੂੰ ਫੜਾ ਦੇਣਾ, ਪਰ ਫੈਸਲੇ ਲੋਕਾਂ ਦੇ ਮੁਤਾਬਕ ਹੋਣਗੇ। ਜਦੋਂ ਕਿ ਅਰਵਿੰਦ ਕੇਜਰੀਵਾਲ ਹੋਰੀ ਦਿੱਲੀੋਂ ਆ ਕੇ ਜਿਸ ਤਰੀਕੇ ਨਾਲ ਫੈਸਲੇ ਕਰਦੇ ਨੇ, ਮੁੱਖ ਮੰਤਰੀ ਦਾ ਚਿਹਰਾ ਲਾਉਣਾ ਜਾਂ ਟਿਕਟਾਂ ਦੀ ਅਨਾਉਂਸਮੈਂਟ ਕਰਨਾ ਜਾਂ ਇੱਥੇ ਆ ਕੇ ਲੋਕਾਂ ਦੇ ਵਿੱਚ ਵਿਚਰਨਾ, ਕੀ ਲੋੜ ਕੀ ਪੈ ਗਈ? ਲੋਕ ਕਹਿੰਦੇ ਕਿ ਆਖਿਰਕਾਰ ਆਪ ਦੇ ਵਿੱਚ ਇਹੋ ਜਿਹਾ ਕਿਹੜਾ ਖਤਰਾ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੈ ਕਿ ਦੇਸ਼ ਭਗਤੀ ਦਾ ਟੀਕਾ ਜਿਹੜਾ ਉਹ ਪੰਜਾਬੀਆਂ ਨੂੰ ਲਾ ਦੇਣਾ ਚਾਹੀਦਾ? ਦੇਖੋ ਸੁਖਵਿੰਦਰ, ਕਈ ਵਾਰੀ ਨਾ ਅਸੀਂ ਆਪਣੇ ਲੋਭ ਜਾਂ ਇੰਝ ਕਹਿ ਲਓ ਕਿ ਜਾਂ ਆਪਣੀ ਅਸੀਂ ਕਿਸੇ ਨਿੱਜੀ ਹਿੱਤ ਦੀ ਖਾਤਰ ਬਹੁਤ ਸਾਰੀਆਂ ਅੱਖਾਂ ਤੇ ਪਰਦਾ ਪਾ ਲੈਂਦੇ, ਅਸੀਂ ਸੱਚਾਈ ਨੂੰ ਦੇਖਣਾ ਨਹੀਂ ਚਾਹੁੰਦੇ। ਕੀ ਅਜੇ ਤੱਕ ਇਹਨੂੰ ਸਮਝ ਨਹੀਂ ਪਈ ਭਗਵੰਤ ਮਾਨ ਨੂੰ ਕਿ ਉਹ ਇਸ ਨੂੰ ਵਰਤ ਰਹੇ ਆ? ਇਸ ਨੂੰ ਕਦੀ ਉਹਨਾਂ ਨੇ ਚੀਫ ਮਿਨਿਸਟਰ ਨਹੀਂ ਬਣਾਉਣਾ, ਕਿਉਂਕਿ ਇਹਨੇ ਆਪਣੀਆਂ ਸੀਟਾਂ ਤੇ ਅਨਾਉਂਸ ਆਪ ਕੀਤੀਆਂ ਹੀ ਨਹੀਂ ਸੀ। ਇਹਦੇ ਦਸਖਤਾਂ ਥੱਲੇ ਅਨਾਉਂਸ ਭਾਵੇਂ ਹੁਣ ਸਾਰੇ ਕੈਂਡੀਡੇਟ ਸਿਲੈਕਟ ਦਿੱਲੀ 'ਚ ਕੇਜਰੀਵਾਲ ਨੇ ਕੀਤੇ ਆ। ਜਦੋਂ ਇਹ ਗੱਲਾਂ ਆ ਤੇ ਫਿਰ ਉਹ ਸਾਰੇ ਉਹਦੇ ਸਿਲੈਕਟਡ ਕੈਂਡੀਡੇਟ ਉਹ ਇਹਨੂੰ ਚੀਫ ਮਿਨਿਸਟਰ ਦਾ ਕਿਵੇਂ ਪ੍ਰਪੋਜ਼ਲ ਦੇਣਗੇ? ਜੇ ਮਤਲਬ ਇਹੋ ਜੀ ਗੱਲ ਹੈ ਤੇ ਅਜੇ ਤੇ ਇਹ ਤੇ ਬੜੇ ਦੂਰ ਦੀ ਗੱਲ। ਉਹ ਪਿਛਲੀ ਵਾਰੀ ਵੀ ਚੀਫ ਮਿਨਿਸਟਰ ਤੇ ਉਹਨਾਂ ਤੇ ਚੇਅਰਮੈਨੀਆਂ ਵੀ ਵੰਡ ਲਈਆਂ ਸੀ, ਮਗਰੋਂ 20 ਸੀਟਾਂ ਮਿਲੀਆਂ ਤੇ 10 ਰਹਿ ਗਈਆਂ। ਇਹ ਐਤਕੀ ਵੀ ਉਸ ਤਰ੍ਹਾਂ ਦੇ ਜਿਹੜੇ ਸੁਪਨੇ ਲੈ ਰਹੇ ਆ, ਉਹ ਮੈਨੂੰ ਟੂ ਫਾਰ ਫੈਚਡ ਆ। ਉਹ ਕਹਿੰਦੇ ਇਸ ਕਰਕੇ ਨਹੀਂ ਇਹਨਾਂ ਦੇ ਲੀਡਰ, ਜਾਂ ਉਸ ਨੂੰ ਦੇਖਣਾ ਜਾਣ ਬੁੱਝ ਕੇ ਦਬਾ ਕੇ ਰੱਖਣਾ ਚਾਹੁੰਦੇ ਆ, ਕਿਉਂਕਿ ਹਰ ਕਹਿੰਦਾ ਕਿ ਜੇ ਉਹਦੇ ਵਿਰੁੱਧ ਬੋਲੇ ਤੇ ਫਿਰ ਜੋ ਕੁਝ ਹੈ ਇਹ ਵੀ ਜਾਂਦਾ ਲੱਗੂਗਾ। ਇਹ ਰਿਸਕ ਨਹੀਂ ਲੈਣਾ, ਸੱਚਾਈ ਨਹੀਂ ਬੋਲਦੇ, ਹਿੰਮਤ ਨਹੀਂ ਦਿਖਾਉਂਦੇ। ਅਸੀਂ ਸਾਰੀ ਗੱਲ ਹਿੰਮਤ ਦੇ ਨਾਲ ਲੋਕਾਂ ਦੇ ਸਾਹਮਣੇ ਲਗਾਤਾਰ ਰੱਖ ਰਹੇ ਹਾਂ। ਇਸ ਲਈ ਜਿਹੜਾ ਇਹ ਆ ਕਿ ਹੁਣ ਉਹ ਭਗਵੰਤ ਮਾਨ ਦੇ ਹੱਥ 'ਚ ਪੈਨ ਹੋਊਗਾ ਤੇ ਲੋਕਾਂ ਦੇ ਫੈਸਲੇ ਹੋਣਗੇ, ਇਹ ਚੰਗੀ ਗੱਲ ਲੱਗਦੀ ਸਾਨੂੰ। ਭਗਵੰਤ ਮਾਨ ਜੀ ਸਦਕੇ ਚੀਫ ਮਿਨਿਸਟਰ ਕੀ ਬਣੇ, ਪ੍ਰਾਈਮ ਮਿਨਿਸਟਰ ਵੀ ਬਣੇ, ਕੋਈ ਸਾਨੂੰ ਚੰਗਾ ਲੱਗੂਗਾ ਇੱਕ ਪੰਜਾਬੀ ਜਿਹੜਾ ਹੈ। ਔਰ ਕੋਈ ਠੀਕ ਹੈ, ਮਾੜੀ ਮੋਟੀਆਂ ਆਦਤਾਂ ਹਰ ਇੱਕ 'ਚ ਹੁੰਦੀਆਂ, ਪਰ ਕੋਈ ਉਂਝ ਕੋਈ ਦਿਲ ਦਾ ਮਾੜਾ ਤੇ ਬੰਦਾ ਨਹੀਂ ਹੈ। ਠੀਕ ਹੈ, ਮੈਨੂੰ ਕੋਈ ਸੱਚੀ ਗੱਲ ਹੈ ਕਿ ਕੋਈ ਕਿਸੇ ਕਿਸਮ ਦਾ ਕਿੰਤੂ ਪਰੰਤੂ ਨਹੀਂ, ਪਰ ਉਹ ਉਹਨਾਂ ਦੇ ਮੰਗੇਰੀ ਰਾਮ ਦੇ ਹਸੀਨ ਸੁਪਨੇ ਆ। ਤੇ ਜੇ ਜਾਣ ਬੁੱਝ ਕੇ ਅਸੀਂ ਫੈਸਲਾ
ਜਿਹਨੂੰ ਕਹਿੰਦੇ ਆ ਹਵਾ ਦੇ ਮਹਿਲ 'ਚ ਰਹਿਣ ਦਾ ਫੈਸਲਾ ਕਰ ਲਿਆ ਤਾਂ ਫਿਰ ਉਹ ਉਹਨਾਂ ਦੀ ਹੈ। ਫਿਰ ਉਹਦੇ 'ਚ ਜਦੋਂ ਧਰਤੀ ਤੇ ਆਉਣਗੇ ਤੇ ਕਈ ਵਾਰੀ ਸੱਟ ਵੀ ਲੱਗਦੀ ਹੈ, ਕਿਉਂਕਿ ਹਵਾ ਦੇ ਵਿੱਚ ਜਿਹੜਾ ਮਹਿਲ 'ਚ ਰਹਿੰਦੇ ਆ, ਤੁਸੀਂ ਅਸਲੀ ਧਰਤੀ ਤੇ ਡਿੱਗੋਗੇ ਪਟਕ ਕਰਕੇ ਤਾਂ ਬੜਾ ਦੁੱਖ ਲੱਗਦਾ। ਮੈਨੂੰ ਇਹੀ ਆ ਕਿ ਜਦੋਂ ਜਿਸ ਤਰੀਕੇ ਨਾਲ ਪਹਿਲਾਂ ਹੀ ਉਹਨਾਂ ਦੀਆਂ ਚੜ੍ਹਾਈਆਂ ਰਹਿੰਦੀਆਂ, ਫਿਰ ਹੋਰ ਚੜ੍ਹਾਈਆਂ ਨਾ ਹੋਣ, ਇਸ ਗੱਲ ਦੇ ਉੱਤੇ ਦੁੱਖ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਬਿਲਕੁਲ ਰਿਐਲਿਟੀ ਦੇ ਨਾਲ ਰਹਿਣਾ ਚਾਹੀਦਾ ਭਗਵੰਤ ਮਾਨ ਨੂੰ, ਕਿਉਂਕਿ ਰਾਜੇਵਾਲ ਨੂੰ ਵਰਤ ਲਿਆ, ਉਹਨਾਂ ਨੂੰ ਦੇਖੋ ਕਿੰਨਾ ਦਿੱਕਤਾਂ ਦੇ ਵਿੱਚ ਪਾਇਆ ਤੇ ਇਹਨੂੰ ਉਹ ਵਰਤ ਰਹੇ ਆ। ਤੁਸੀਂ ਆਪਣੇ ਆਪ ਨੂੰ, ਪੰਜਾਬੀਆਂ ਨੂੰ ਆਪਣੇ ਆਪ ਨੂੰ ਦੂਜਿਆਂ ਬੰਦਿਆਂ ਨਾਲ ਵਰਤਾਉਣ ਤੋਂ, ਵਰਤੇ ਜਾਣ ਤੋਂ ਹਰ ਤਰੀਕੇ ਨਾਲ ਹੀਲੇ ਤੋਂ ਬਚਾਉਣਾ ਚਾਹੀਦਾ। ਬਿਲਕੁਲ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।